in this world there are ਜਿਨ੍ਹਾਂ ਦੇ ਜੀਵਨ ਦੇ ਵਿੱਚ ਇੱਕ ਚੰਗੀ ਗਵਾਹੀ ਹੈ, those who have a great good testimony in their life, ਇੱਕ ਚੰਗੀ ਟੈਸਟਮਨੀ ਦੇ ਨਾਲ ਉਹ ਪਰਮੇਸ਼ਵਰ ਨੂੰ ਜਾਣੇ। and they have known God with a great testimony. ਇੱਕ ਬਹੁਤ ਔਖਾ ਵੇਲਾ ਸੀ ਜਦੋਂ ਉਹਨਾਂ ਨੇ ਪਰਮੇਸ਼ਵਰ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕੀਤਾ। And that in the bad times they confessed the Lord as their savior. ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਜਾਣਿਆ And they knew the Lord Jesus ਤੇ Christ. ਪ੍ਰਭੂ ਯਿਸੂ ਮਸੀਹ ਨੂੰ ਜਾਣਨ ਦਾ ਮੌਕਾ ਮਿਲਿਆ। And they were given a chance to know the Lord Jesus Christ. ਉਹ ਬੜੇ ਅੱਛੇ ਤਰੀਕੇ ਨਾਲ ਪਰਮੇਸ਼ਵਰ ਦੇ ਹਜ਼ੂਰ ਵਿੱਚ ਪ੍ਰਾਰਥਨਾਵਾਂ ਕਰਨ ਵਾਲੇ ਲੋਕ ਬਣੇ। And they became men of prayer in the presence of God. ਆਪਣਾ ਦਿਲ ਪਰਮੇਸ਼ਵਰ ਨੂੰ ਉਹਨਾਂ ਨੇ ਦਿੱਤਾ। They gave their hearts to the Lord. ਹਰ ਵਕਤ ਪ੍ਰਾਰਥਨਾ ਤੋਂ ਬਿਨਾਂ ਉਹ ਕਦਮ ਨਹੀਂ ਪੱਟਦੇ ਸਨ। And they never stepped ahead even without prayer. ਹਰ ਵੇਲੇ ਉਹ ਪਰਮੇਸ਼ਵਰ ਦੇ ਨਾਲ ਇਸ ਤਰੀਕੇ ਨਾਲ ਚੱਲਦੇ ਸੀ ਜਿਵੇਂ ਸਾਹ ਤੋਂ ਬਗੈਰ ਆਦਮੀ ਜੀ ਨਹੀਂ ਸਕਦਾ। They walked with the Lord as a man that cannot live without a breath. ਤੁਸੀਂ ਦੇਖਿਆ ਜਦੋਂ ਬੱਚੇ ਕੈਰਮ ਬੋਰਡ ਖੇਡਦੇ ਹਨ, Have you ever seen children playing carom board? ਇੱਕ ਹੀ ਜਿਹੜੀ ਉਹਦੀ ਗੀਟੀ ਹੁੰਦੀ ਹੈ, And there is one striker. ਇੱਕ ਹੀ ਅਗਰ ਸਹੀ ਜਗ੍ਹਾ ਤੇ ਨਾ ਲੱਗੇ And if it doesn't strike at the right one, ਉਹ ਸਾਰੀਆਂ ਗੀਟੀਆਂ ਨੂੰ ਖਿਲਾਰ ਦਿੰਦੀ ਹੈ ਕੈਰਮ ਬੋਰਡ ਦੇ ਅੰਦਰ। and it scatters all the strikes, ਪਰ ਉਹਦਾ ਫਾਇਦਾ ਕੋਈ ਨਹੀਂ ਹੁੰਦਾ। and it is of no use. ਫਿਰ ਤੁਸੀਂ ਚਾਲ ਚੱਲਦੇ ਹੋ, Again you try. ਫਿਰ ਉਹ ਗੀਟੀ ਤੁਹਾਨੂੰ ਕੋਈ ਫਾਇਦਾ ਨਹੀਂ ਦੇ ਕੇ ਜਾਂਦੀ। Then again that striker doesn't give you any useful motive. ਅੱਜ ਇਸ ਧਰਤੀ ਉੱਤੇ ਬਹੁਤ ਸਾਰੇ ਇਦਾਂ ਦੇ ਲੋਕ ਹਨ There are many kind of people on this earth. ਜਿਨ੍ਹਾਂ ਦੇ ਲਈ ਓਪਨ ਡੋਰ ਚਰਚ ਦੇ ਅੰਦਰ ਪ੍ਰਾਰਥਨਾਵਾਂ ਕੀਤੀਆਂ ਗਈਆਂ। Prayers were done in the open door church Khojewala. ਪ੍ਰਾਰਥਨਾਵਾਂ ਦੇ ਸਦਕੇ ਪਰਮੇਸ਼ਵਰ ਨੇ ਉਹਨਾਂ ਨੂੰ ਬਰਕਤ ਦਿੱਤੀ। And because of the prayers they were blessed by the Lord. ਜਦੋਂ ਉਹ ਅੱਛੇ ਤਰੀਕੇ ਨਾਲ ਆਸਮਾਨ ਦੇ ਵਿੱਚ ਉੱਡਣਾ ਸ਼ੁਰੂ ਕੀਤਾ, When they started to fly high in the atmosphere, ਜਦੋਂ ਉਹਨਾਂ ਦਾ ਸਭ ਕੁਝ ਠੀਕ ਸੀ, when all things were right, ਅਚਾਨਕ ਉਹ ਪਰਮੇਸ਼ਵਰ ਦੀ ਪ੍ਰੈਜ਼ੈਂਸ ਚੋਂ ਬਾਹਰ ਚਲੇ ਗਏ। and all of a sudden they came out of the presence of the Lord. ਅਤੇ ਪਰਮੇਸ਼ਵਰ ਦੀ ਪ੍ਰੈਜ਼ੈਂਸ ਤੋਂ ਬਾਹਰ ਜਾਣ ਤੋਂ ਬਾਅਦ And after coming out from the presence of the Lord, ਤੁਸੀਂ ਪੰਜਾਬੀ ਦੇ ਵਿੱਚ ਇੱਕ ਬੜੀ ਅੱਛੀ ਕਹਾਵਤ ਨੂੰ ਜਾਣਦੇ ਹੋ and you know a proverb in Punjabi, ਕਿ ਜਦੋਂ ਦੀਵਾ ਬੰਦ ਹੋਣ ਲੱਗਦਾ ਹੈ ਉਹ ਪਹਿਲਾਂ ਨਾਲੋਂ ਜ਼ਿਆਦਾ ਲੋ ਕਰਦਾ ਹੈ। when the lamp is about to go off, it gives more light. ਬਹੁਤ ਸਾਰੇ ਲੋਕ ਨੇ ਜਿਹੜੇ ਪਰਮੇਸ਼ਵਰ ਦੀ ਸਹੀ ਪ੍ਰੈਜ਼ੈਂਸ ਦੇ ਵਿੱਚੋਂ ਬਾਹਰ ਚਲੇ ਗਏ। Many went out of the right presence of the Lord. ਅਤੇ ਜਦੋਂ ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਵਿੱਚੋਂ ਬਾਹਰ ਗਏ, And when they went out of the presence of God, ਉਹ ਹੋਰ ਉਚਾਈਆਂ ਤੇ ਜਾਣਾ ਸ਼ੁਰੂ ਕੀਤਾ ਉਹਨਾਂ ਨੇ। and they started to climb more higher. ਆਖਿਰ ਦੇ ਵਿੱਚ ਕੀ ਹੋਇਆ? And what happened in the last? ਉਹਨਾਂ ਦੇ ਸਾਰੇ ਕਨੈਕਸ਼ਨ ਸਪਿਰਿਚੁਅਲੀ ਆਤਮਿਕ ਕਨੈਕਸ਼ਨ ਟੁੱਟ ਚੁੱਕੇ ਹਨ। And all the spiritual connections were cut off. ਹੁਣ ਉਹ ਉਦਾਸ ਹਨ, Now they are sad ਘਬਰਾ ਰਹੇ ਹਨ। and now in worry. ਉਹਨਾਂ ਨੂੰ ਕੋਈ ਹੁਣ ਹੋਰ ਚਾਹੀਦਾ ਹੈ They want someone ਜਿਹੜਾ ਉਹਨਾਂ ਦੀ ਲਾਈਫ ਦੇ ਅੰਦਰ ਕੋਈ ਮਿਰਕਲਸ ਕਰ ਸਕੇ। who could do a miracle in their life. ਉਹ ਬਿਨਾਂ ਮਾਫੀ ਮੰਗੇ ਪਰਮੇਸ਼ਵਰ ਦੇ ਕੋਲੋਂ ਹੁਣ ਫਿਰ ਬਰਕਤ ਚਾਹੁੰਦੇ ਹਨ। And they want to be blessed without getting the repentance from the sins. ਉਹ ਬਿਨਾਂ ਪਰਮੇਸ਼ਵਰ ਨੂੰ ਇਹ ਕਹੇ, ਬਿਨਾਂ ਉਹ ਚਰਚ ਦੇ ਅੰਦਰ ਆ ਕੇ ਕਹੇ, ਬਿਨਾਂ ਪਾਦਰੀ ਦੇ ਕੋਲ ਜਾਣ ਤੋਂ ਉਹ ਪਰਮੇਸ਼ਵਰ ਨੂੰ ਪ੍ਰਾਰਥਨਾ ਕਰ ਰਹੇ ਹਨ। And they are praying to the Lord despite of going to the pastor and coming to the church. ਬਾਈਬਲ ਦਾ ਇੱਕ ਸਿਧਾਂਤ ਹੈ, There is a law in the Bible. ਤੁਹਾਨੂੰ ਆਪਣੇ ਦੁਆਰਾ ਕੀਤੇ ਗਏ ਅਪਰਾਧਾਂ ਦੀ ਮਾਫੀ ਮੰਗਣੀ ਪਵੇਗੀ। You got to ask for the forgiveness of the sins that you have committed. ਜਦ ਤੱਕ ਤੁਹਾਡੇ ਅਪਰਾਧ ਤੁਹਾਡੇ ਬਰਾਬਰ ਖੜੇ ਹਨ, Till the time your sin stands by your side. ਉਦੋਂ ਤੱਕ ਤੁਹਾਡੇ ਉੱਤੇ ਕੋਈ ਵੀ ਪਰਮੇਸ਼ਵਰ ਦੀ ਬਲੇਸਿੰਗ ਨਹੀਂ ਹੋ ਸਕਦੀ। Till that time no blessing of God can come upon you. ਤੁਸੀਂ ਉਹਦੇ ਬਦਲੇ ਪ੍ਰਾਰਥਨਾਵਾਂ ਕਰੋ, ਰੋਵੋ, ਚਿਲਾਓ, ਲਿਟੋ, ਵਰਤ ਰੱਖੋ। You can fast, you can pray, you can wail, you can cry, and you can do anything. ਜਦ ਤੱਕ ਤੁਹਾਡੇ ਬਰਾਬਰ ਖੜੇ ਤੁਹਾਡੇ ਅਪਰਾਧ ਪਰਮੇਸ਼ਵਰ ਨੂੰ ਨਜ਼ਰ ਆ ਰਹੇ ਹਨ, Till the time your sin standing by your side are seen by the eye of God. ਤੁਸੀਂ ਕਦੇ
ਕਦੇ ਵੀ ਆਪਣੇ ਜੀਵਨ ਦੇ ਅੰਦਰ ਸਕਸੈਸ ਨਹੀਂ ਹੋ ਸਕਦੇ। You can never be successful in your life. ਚਰਚ ਆਉਣਾ ਹੀ ਸਕਸੈਸ ਨਹੀਂ ਹੈ। Only coming to church doesn't mean success. ਬਈ ਤੁਸੀਂ ਚਰਚ ਆਏ ਹੁਣ ਤੁਸੀਂ ਬਹੁਤ ਬਲੈਸ ਹੋ ਜਾਣਾ ਹੈ। That you came to church then you will be blessed abundantly. ਬਹੁਤ ਸਾਰੇ ਏਦਾਂ ਦੇ ਅੱਜ ਇਸ ਧਰਤੀ ਉੱਤੇ ਵਿਸ਼ਵਾਸੀ ਹਨ। Many believers are there on this earth. ਜਿੱਥੇ ਤੱਕ ਵੀ ਮੇਰਾ ਇਹ ਪੈਗਾਮ ਜਾ ਰਿਹਾ ਮੈਂ ਉੱਥੇ ਤੱਕ ਦੀ ਗੱਲ ਕਰ ਰਿਹਾ ਹਾਂ। To whatsoever point my preaching is going. ਜਿਨ੍ਹਾਂ ਦੀ ਲਾਈਫ ਗੁਨਾਹਾਂ ਵਾਲੀ ਹੈ। The life of theirs is of sin. ਲਾਈਫ ਦੇ ਅੰਦਰ ਪਾਪ ਹਨ। There is sin in the life. ਕੁਝ ਪਾਪ ਜਿਹੜੇ ਸਾਰਿਆਂ ਦੇ ਸਾਹਮਣੇ ਹਨ। There are sins that are seen by everybody. ਤੇ ਬਹੁਤ ਸਾਰੇ ਪਾਪ ਹਨ ਜਿਹੜੇ ਗੁੱਝੇ ਹਨ। There are sins that are in hiding. ਇਹ ਕੋਈ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਔਰਤ ਹੋ ਕਿ ਤੁਸੀਂ ਆਦਮੀ ਹੋ। It does not matter whether you are a man or you woman. ਪਰਮੇਸ਼ਵਰ ਆਪਣੀ ਹਜ਼ੂਰੀ ਵਿੱਚ ਪਵਿੱਤਰ ਲੋਕਾਂ ਨੂੰ ਬਰਕਤ ਦਿੰਦੇ ਹਨ। God blesses only those people who are holy. ਕੌਣ ਹੈ ਪਵਿੱਤਰ? Who is the holy ਬਾਈਬਲ one? ਕਹਿੰਦੀ ਕੋਈ ਵੀ ਪਵਿੱਤਰ ਨਹੀਂ, ਕੋਈ ਵੀ ਧਰਮੀ ਨਹੀਂ। The Bible says no one is holy, no one is righteous. ਹੁਣ ਅਸੀਂ ਇਹਨੂੰ ਕਿੱਦਾਂ ਸਮਝੀਏ? How do we understand this? ਪਰ ਯਿਸੂ ਮਸੀਹ ਦੇ ਲਹੂ ਦੇ ਦੁਆਰਾ ਅਸੀਂ ਧਰਮੀ ਠਹਿਰਾਏ ਗਏ ਹਾਂ। We are acclaimed righteous by the blood that Jesus Christ shed. ਜਦ ਅਸੀਂ ਆਪਣੇ ਗੁਨਾਹਾਂ ਦੀ ਮਾਫੀ ਮੰਗ ਚੁੱਕੇ ਹਾਂ। When we have already asked for the forgiveness of our sins. ਹੁਣ ਆਪਣੇ ਆਪ ਨੂੰ ਦੂਜਿਆਂ ਲੋਕਾਂ ਦੇ ਬਰਾਬਰ ਨਾ ਮੰਨੋ। Do not make yourself equal to others. ਜਿੱਥੇ ਸੱਚਾਈ ਹੈ ਉੱਥੇ ਹੀ ਖੁਦਾਈ ਹੈ। Wherever there is righteousness, the Lord resides. ਪਰ ਯਾਦ ਰੱਖੋ But remember, ਮੈਂ ਆਪਣੇ ਜੀਵਨ ਦੇ ਅੰਦਰ ਸਭ ਤੋਂ ਵੱਧ ਗੋਸਪਲ ਨੂੰ ਪ੍ਰੀਚ ਕੀਤਾ ਹੈ। and I have in all of my life preached the gospel. ਮੈਂ ਬਾਈਬਲ ਦੇ ਵਚਨ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। And I have tried to make the word of God to reach people. ਜਿਨ੍ਹਾਂ ਨੇ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ And all those who made the word of God the part of their life. ਉਹ ਆਪਣੇ ਜੀਵਨ ਦੇ ਅੰਦਰ ਕਦੇ ਵੀ ਨਾ ਸ਼ੁਕਰਾਨੇ ਨਹੀਂ ਬਣੇ। They never became thankless in all their ਉਹ lives. ਹਮੇਸ਼ਾ ਪਰਮੇਸ਼ਵਰ ਦਾ ਸ਼ੁਕਰਾਨਾ ਕਰਨ ਵਾਲੇ ਲੋਕ ਠਹਿਰੇ। They were the people who were always thankful to the Lord. ਪਰ ਜਿਹੜੇ ਆਪਣੀਆਂ ਅੱਖਾਂ ਦੇ ਨਾਲ ਕੁਝ ਦੇਖਣਾ ਚਾਹੁੰਦੇ ਨੇ ਹਰ ਵਾਰੀ। But those who wants to see something with their eyes at all times. ਜਿਨ੍ਹਾਂ ਨੇ ਦਿਮਾਗ ਦੇ ਵਿੱਚ ਕੋਈ ਪਿਕਚਰ ਫਸੀ ਰਹਿੰਦੀ ਹੈ। And they have a picture inside of their mind. ਉਹਨਾਂ ਦੇ ਅੰਦਰ ਵਚਨ ਨਹੀਂ ਹੈ। They have no word in their lives. ਉਹਨਾਂ ਦੇ ਅੰਦਰ ਪਿਕਚਰ ਹੈ। They have picture in their lives. ਤੁਸੀਂ ਆਪਣੇ ਜੀਵਨ ਦੇ ਅੰਦਰ ਤਸਵੀਰ ਨਾ ਬਣਾਓ। Do not create a picture in your life. ਤੁਸੀਂ ਆਪਣੇ ਜੀਵਨ ਦੇ ਅੰਦਰ ਪਰਮੇਸ਼ਵਰ ਦਾ ਵਚਨ ਬਣਾਓ। Create the word of God in your life. ਜਦ ਤੁਸੀਂ ਆਪਣੇ ਜੀਵਨ ਦੇ ਅੰਦਰ ਪਰਮੇਸ਼ਵਰ ਦੇ ਵਚਨ ਨੂੰ ਪਹਿਲ ਦੋਗੇ When you give priority to the word of God in your life, ਤਦ ਤੁਸੀਂ ਦੇਖਣਾ ਵਚਨ ਦੇ ਦੁਆਰਾ ਕਿਸ ਤਰ੍ਹਾਂ ਪਰਮੇਸ਼ਵਰ ਤੁਹਾਡੇ ਜੀਵਨ ਦੀ ਤਸਵੀਰ ਨੂੰ ਬਦਲਦੇ ਹਨ। then you will see how God is going to transform your life through his word. ਹਰ ਵਿਅਕਤੀ ਦੇ ਜੀਵਨ ਦੇ ਅੰਦਰ ਇੱਕ ਸੀਜ਼ਨ ਆਉਂਦਾ ਹੈ। There is a season that comes in everyone's life. ਸੀਜ਼ਨ ਤੁਸੀਂ ਸਮਝਦੇ ਹੋ? Do you understand season? ਹੁਣ ਸੀਜ਼ਨ ਸੀਗਾ ਕਣਕਾਂ ਕੱਟਣ ਦਾ ਸੀਜ਼ਨ ਲੰਘਿਆ ਹੈ। This was a reaping season for the wheat. ਅਨਾਜ ਜਮ੍ਹਾਂ ਕਰਨ ਦਾ ਸੀਜ਼ਨ ਸੀਗਾ। And to store the seeds. ਕਿੰਨਿਆਂ ਨੇ ਕੀਤਾ ਮੈਨੂੰ ਪਤਾ ਨਹੀਂ। How many of you did not know? ਇਦਾਂ ਹੀ ਤੁਹਾਡੀ ਲਾਈਫ ਦੇ ਅੰਦਰ ਇੱਕ ਸੀਜ਼ਨ ਹੈ। There is a season in your life. ਪਰਮੇਸ਼ਵਰ ਦੀ ਬਲੇਸਿੰਗ ਨੂੰ ਲੈਣ ਦਾ ਸੀਜ਼ਨ। A season to receive the blessing of God. ਕਈ ਵਾਰੀ ਤੁਸੀਂ ਬਹੁਤ ਲਾਗੇ ਹੁੰਨੇ ਆ Sometimes you are too near. ਪਰ ਕਈ ਵਾਰੀ ਤੁਸੀਂ ਆਪਣੇ ਲਾਗੇ ਹੋਣ ਦੇ ਬਾਵਜੂਦ ਵੀ ਬਰਕਤ ਨੂੰ ਗ੍ਰਹਿਣ ਨਹੀਂ ਕਰ ਪਾਉਂਦੇ। Despite of being so near, you are unable to receive your blessing. ਉਹਦਾ ਇੱਕ ਕਾਰਨ ਹੈ There is a reason behind. ਕਿਉਂਕਿ ਤੁਸੀਂ ਆਪਣੇ ਜੀਵਨ ਦੇ ਅੰਦਰ ਵਿਸ਼ਵਾਸ ਭਰਪੂਰ ਨਹੀਂ ਖੜੇ। For you did not stand with fullness of faith in your life. ਬਾਈਬਲ ਦੇ ਪਹਿਲੇ ਪੰਨੇ ਤੋਂ ਲੈ ਕੇ ਬਾਈਬਲ ਦੇ ਆਖਰੀ ਪੰਨੇ ਤੱਕ From the first page of the Bible to the last page of the Bible. ਸਾਰੀ ਗੱਲ ਵਿਸ਼ਵਾਸ ਦੇ ਉੱਤੇ ਚੱਲਦੀ ਹੈ। Everything runs by the faith. ਹਰ ਚੀਜ਼ ਵਿਸ਼ਵਾਸ ਦੇ ਨਾਲ ਹੁੰਦੀ ਹੈ। Everything happens by faith. ਅਗਰ ਤੁਸੀਂ ਅੱਜ If today
ਆਪਣੇ ਨਾਲ ਖੜੇ ਸਾਰੇ ਅਪਰਾਧਾਂ ਨੂੰ ਪਰਮੇਸ਼ਵਰ ਦੇ ਅੱਗੇ ਮੰਨ ਲੈਂਦੇ ਹੋ, if you confess every sin that stands by your side to God, ਤਾਂ ਤੁਸੀਂ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕਰੋਗੇ। then you shall begin a new life. ਸੰਸਾਰ ਇਸ ਸਮੇਂ ਸਭ ਤੋਂ ਵੱਧ ਤੇਜ਼ੀ ਨਾਲ ਹੋਣ ਵਾਲੇ ਪਾਪਾਂ ਦੇ ਨਾਲ ਭਰਿਆ ਪਿਆ ਹੈ। So, and this world, the committed sin in this world, it is being full this ਕਿਉਂਕਿ very ਲਿਖਿਆ ਆਖਰੀ ਦਿਨਾਂ ਦੇ ਵਿੱਚ ਅਪਰਾਧ ਜਿਹੜਾ ਹੈ ਉਹ ਬਹੁਤ ਪੀਕ ਤੇ ਚਲਾ ਜਾਵੇਗਾ। For in the word it says, in the last days the sin shall be on its peak. ਹੁਣ ਮਸੀਹ ਵਿੱਚ ਉਹ ਲੋਕ ਚਾਹੀਦੇ ਆ, ਵਿਸ਼ਵਾਸ ਵਿੱਚ ਉਹ ਲੋਕ ਚਾਹੀਦੇ ਆ, And those people, those believers are required in Christ. ਜਿਹੜੇ ਪਰਮੇਸ਼ਵਰ ਦੇ ਵੱਲ ਮੂੰਹ ਕਰਕੇ ਖੜੇ ਰਹਿਣ, Those who can face towards the God and keep standing. ਜਿਹੜੇ ਪਰਮੇਸ਼ਵਰ ਨੂੰ ਪੁਕਾਰਦੇ ਰਹਿਣ, Those who keep calling unto the Lord. ਜਿਹੜੇ ਪਰਮੇਸ਼ਵਰ ਦੀ ਮੁਹੱਬਤ ਦੇ ਵਿੱਚ ਜੁੜੇ ਰਹਿਣ। Those who are always bound in the love of the Lord. ਬਹੁਤ ਸਾਰੇ ਵਿਸ਼ਵਾਸੀ ਹੈ Many believers ਜਿਹੜੇ ਪਰਮੇਸ਼ਵਰ ਦੇ ਜਾਂ ਪਵਿੱਤਰ ਆਤਮਾ ਦੇ ਟੱਚ ਦੇ ਵਿੱਚ ਨਹੀਂ ਹਨ। those who are not in touch, in connection with the Holy Ghost. ਪਵਿੱਤਰ ਆਤਮਾ ਦੇ ਟੱਚ ਵਿੱਚ ਨਹੀਂ ਹਨ। Those who are not in connection, in touch with the Holy Ghost. ਉਹਨਾਂ ਦੀ ਲਾਈਫ ਦੇ ਅੰਦਰ ਕੁਝ ਨਹੀਂ ਹੋ ਰਿਹਾ, Nothing is seen happening in their life. ਕਿਉਂਕਿ ਤੁਸੀਂ ਕੁਝ ਅਜਿਹਾ ਹਾਸਲ ਨਹੀਂ ਕੀਤਾ ਜਿਹਨੂੰ ਸ਼ੈਤਾਨ ਖੋਣਾ ਚਾਹੁੰਦਾ ਹੈ। For you have not yet received anything that Satan can snatch it from ਉਹ you. ਸੋਲਜਰ, ਉਹ ਸਿਪਾਹੀ ਜਿਨ੍ਹਾਂ ਨੇ ਕੁਝ ਹਾਸਲ ਕੀਤਾ ਹੈ, ਉਹ ਅੱਗੇ ਵੱਧ ਕੇ ਲੜਦੇ ਹਨ। And those soldiers, those who have received something, they go ahead and they receive. ਤੁਸੀਂ ਕੁਝ ਵੀ ਅਗਰ ਹਾਸਲ ਨਹੀਂ ਕੀਤਾ ਤੇ ਤੁਸੀਂ ਅੱਗੇ ਵੱਧ ਕੇ ਲੜ ਨਹੀਂ ਸਕਦੇ। If you have not received anything, you can not go ahead and fight. ਇੱਕ ਯੁੱਧ ਹੈ ਜਿਹੜਾ ਤੁਹਾਡੇ ਵਿੱਚ ਅਤੇ ਵੈਰੀ ਦੇ ਵਿੱਚ ਲੱਗਾ ਹੋਇਆ A ਹੈ। war in between you and in between your enemy. ਵੈਰੀ ਹਮੇਸ਼ਾ ਇਨਸਾਨ ਨੂੰ ਮਾਰਨਾ ਚਾਹੁੰਦਾ ਹੈ, And your enemy always want to destroy man. ਪਰ ਪਰਮੇਸ਼ਵਰ ਹਰ ਵਕਤ ਤੁਹਾਨੂੰ ਬਚਾਉਣਾ ਚਾਹੁੰਦੇ ਹਨ। And God always wants to save you. ਪਰਮੇਸ਼ਵਰ ਚਾਹੁੰਦੇ ਆ ਉਹ ਤੁਹਾਡਾ ਬਚਾਅ ਕਰਨ। And God wants that he should save you. ਇਸੇ ਕਰਕੇ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਇਸ ਧਰਤੀ ਉੱਤੇ ਭੇਜਿਆ। This is the reason God sent his only begotten son on the earth. ਔਰ ਬਾਈਬਲ ਇਦਾਂ ਕਹਿੰਦਾ ਹੈ, It is what the Bible says. ਜਿਹੜਾ ਵੀ ਵਿਸ਼ਵਾਸ ਕਰੇ, Whomsoever shall believe. ਜਿਹੜਾ ਵੀ ਵਿਸ਼ਵਾਸ ਕਰੇ, Whomsoever shall believe. ਕੋਈ ਵੀ, Whomsoever. ਉਹ ਬਚਾਇਆ ਜਾਏਗਾ। He shall be saved. ਮੈਂ ਤੁਹਾਨੂੰ ਅੱਜ ਇਹ ਗੱਲ ਕਹਿਣੀ ਚਾਹੁੰਦਾ But I ਹਾਂ, want to tell you, ਹੋ ਸਕਦਾ ਤੁਸੀਂ ਬਹੁਤ ਵੱਡੀ ਮੁਸੀਬਤ ਦੇ ਵਿੱਚ ਹੋਵੋ, you might be in a great trouble. ਹੋ ਸਕਦਾ ਤੁਹਾਨੂੰ ਲੱਗਦਾ ਹੋਵੇ ਅਗਰ ਅੱਜ ਪਾਦਰੀ ਨਾ ਮਿਲਿਆ, ਹੋ ਸਕਦਾ ਸਾਡਾ ਨਾਸ਼ ਹੋ ਜਾਵੇ। And it might seem to you, if pastor doesn't meet us, we will be destroyed. ਤੁਹਾਨੂੰ ਲੱਗਦਾ ਹੈ ਕਿ ਪਾਦਰੀ ਅਗਰ ਹੱਥ ਰੱਖੇਗਾ ਤਾਂ ਅਸੀਂ ਬਚਾਂਗੇ। And it might seem to you, if the pastor lays his hand, we ਮੈਂ shall be ਤੁਹਾਨੂੰ saved. ਅੱਜ ਇਹ ਗੱਲ ਕਹਿਣੀ ਚਾਹੁੰਦਾ ਹਾਂ, But I want to tell you, ਮੇਰਾ ਪਰਮੇਸ਼ਵਰ ਜਿੰਦਾ ਖੁਦਾ ਅੱਜ ਸਿੱਧੇ ਤੌਰ ਤੇ ਤੁਹਾਨੂੰ ਛੂਹਣਾ ਚਾਹੁੰਦਾ ਹੈ my God, the living God, wants to touch you straightway. ਅਤੇ ਤੁਹਾਨੂੰ ਚੰਗਾ ਕਰਨਾ ਚਾਹੁੰਦਾ ਹੈ। He wants to heal you. ਮਾਇਨਾ ਇਹ ਹੈ ਕਿ ਅੱਜ ਤੁਸੀਂ ਆਪਣੇ ਗੁਨਾਹ ਦੀ ਮਾਫੀ ਮੰਗੋ। The only thing needed is you got to get rid of your sin ਸੱਚੇ ਦਿਲ ਤੋਂ ਇਕਰਾਰ ਕਰੋ। and repent from all your heart. ਮੈਂ ਜ਼ਬੂਰ 103 ਉਹਦੀ 3 ਪੰਕਤੀ ਨੂੰ ਦੇਖਣਾ ਚਾਹਾਂਗਾ Psalm 103 verse 3. ਅਤੇ ਉਹਦੀ 3 ਆਇਤ ਨੂੰ ਆਪਣੇ ਬਾਈਬਲ ਦੇ ਅੰਦਰ ਦੇਖੋ। ਕਿੰਨਾ ਪਰਮੇਸ਼ਵਰ ਨੇ ਜ਼ਬਰਦਸਤ ਵਚਨ ਅੱਜ ਤੁਹਾਡੇ ਲਈ ਭੇਜਿਆ ਹੈ। Let us look what the mighty word of God has been sent for you from God. ਪਰਮੇਸ਼ਵਰ ਹਮੇਸ਼ਾ ਆਪਣੇ ਵਚਨ ਦੇ ਰਾਹੀਂ ਆਪਣੇ ਲੋਕਾਂ ਦੇ ਨਾਲ ਗੱਲ ਕਰਦੇ ਹਨ। God always speaks to his people through his word. ਜਦੋਂ ਅਬਰਾਹਮ ਦਾ ਇਮਤਿਹਾਨ ਹੋ ਰਿਹਾ ਸੀ, When Abraham was being tested, ਉਦੋਂ ਵੀ ਪਰਮੇਸ਼ਵਰ ਨੇ ਵਚਨ ਦੇ ਰਾਹੀਂ ਗੱਲ ਕੀਤੀ ਹੈ ਉਸ ਦੇ ਨਾਲ। God spoke to Abraham through his word. ਵਚਨ ਹੀ ਵਰਤਿਆ ਗਿਆ। Oh, word was used. ਤੁਹਾਨੂੰ ਪਤਾ ਹੈ ਜਿਹੜਾ ਬਾਈਬਲ ਪਵਿੱਤਰ ਵਚਨ ਹੈ, Do you know the Bible, which is the holy word? ਅਗਰ ਤੁਸੀਂ ਇਹਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਰੱਖੋ, If you keep it close to your chest, ਇਹ ਕੋਈ ਕੰਮ ਨਹੀਂ ਕਰੇਗਾ। it
it will not work. ਤੁਸੀਂ ਆਪਣੇ ਮੰਜੇ ਦੇ ਸਿਰਹਾਣੇ ਰੱਖੋ, You keep it as a pillow on ਇਹ your ਕੋਈ cot. ਕੰਮ ਨਹੀਂ ਕਰੇਗਾ। It is not going to work. ਅਲਮਾਰੀ ਦੇ ਵਿੱਚ ਰੱਖੋ, Keep it in your cupboard. ਇਹ ਕੋਈ ਕੰਮ ਨਹੀਂ ਕਰੇਗਾ। It will not work. ਜਦ ਤੱਕ ਇਹ ਵਚਨ ਤੁਹਾਡੇ ਦਿਲ ਵਿੱਚ ਨਹੀਂ ਜਾਂਦਾ, ਇਹ ਕੋਈ ਕੰਮ ਨਹੀਂ ਕਰ ਸਕਦਾ। Till the time this word doesn't reach your heart, it will not going to work. ਮੈਂ ਜੇ ਤੁਹਾਨੂੰ ਇੱਥੇ ਐਗਜ਼ਾਮਪਲ ਦੇਵਾਂ, ਥੋੜੀ ਖਤਰਨਾਕ ਉਦਾਹਰਣ ਹੈ ਪਰ ਦੱਸਣਾ ਚਾਹਾਂਗਾ। A dangerous example I want to tell you. ਅਗਰ ਤੁਸੀਂ ਬੰਦੂਕ ਦੀ ਗੋਲੀ ਆਪਣੀ ਜੇਬ ਵਿੱਚੋਂ ਕੱਢ ਕੇ ਕਿਸੇ ਦੇ ਮਾਰੋ, ਉਹ ਕੀ ਕਰੇਗੀ? If you take out a bullet from your pocket and hit it, what is going to do? ਅਗਰ ਉਹ ਬੰਦੂਕ ਦੇ ਵਿੱਚ ਦੀ ਜਾਵੇ ਤਾਂ ਕੀ ਕਰ ਸਕਦੀ ਹੈ? If it goes to the barrel, then what it is going to do? ਪਰਮੇਸ਼ਰ ਦਾ ਵਚਨ ਇੰਨਾ ਸ਼ਕਤੀਸ਼ਾਲੀ ਹੈ, ਅਗਰ ਉਹ ਤੁਹਾਡੇ ਵਿੱਚ ਵੀ ਹੋ ਕੇ ਚੱਲੇ ਤਾਂ ਉਹ ਪਹਾੜਾਂ ਨੂੰ ਚੀਰ ਕੇ ਰੱਖਣ ਦੀ ਤਾਕਤ Such a ਰੱਖਦਾ। mighty word is the word of God. If it goes through you, it can just shake the mountains. ਜੇ ਜੁਨਾ ਮੱਛੀ ਦੇ ਪੇਟ ਵਿੱਚੋਂ ਬਾਹਰ ਆ ਸਕਦਾ ਹੈ, If Jonah the prophet could come out of the belly of the fish, ਜੇ 3 ਦਿਨ ਦਾ ਮੁਰਦਾ ਲਾਜ਼ਰ ਕਬਰ ਚੋਂ ਬਾਹਰ ਆ ਸਕਦਾ ਹੈ, if a dead Lazarus can come out of the grave after 3 days, ਜੇ ਪਤਰਸ ਦੀ ਸੱਸ ਮੰਜੇ ਬੁਖਾਰ ਵਾਲੇ ਮੰਜੇ ਤੋਂ ਬਾਹਰ ਆ ਸਕਦੀ ਹੈ, if the mother-in-law of Peter can come out of the sickness bed, ਜੇ 9 ਵਿਧਵਾ ਦਾ ਬੱਚਾ ਮਰਿਆ ਜਿੰਦਾ ਹੋ ਸਕਦਾ ਹੈ, if that widow of Nain, her child could come back to life, ਫਿਰ ਤੁਸੀਂ ਕਿਉਂ ਨਹੀਂ ਆਪਣੀ ਮੁਸੀਬਤ ਵਿੱਚੋਂ ਬਾਹਰ ਆ ਸਕਦੇ? why you cannot come out of your trouble? ਅਗਰ ਲਾਜ਼ਰ ਜਿੰਦਾ ਹੋ ਸਕਦਾ ਹੈ, If Lazarus can come live, ਤੁਸੀਂ ਵੀ ਅੱਜ ਮੁਰਦਿਆਂ ਵਿੱਚੋਂ ਜ਼ਿੰਦਾ ਹੋ ਸਕਦੇ ਹੋ। you too can come out of that bed. ਪਰਮੇਸ਼ਰ ਤੁਹਾਨੂੰ ਪਿਆਰ ਕਰ ਰਹੇ ਹਨ, And he's loving you, ਉਹ ਤੁਹਾਨੂੰ ਜ਼ਿੰਦਾ ਕਰਨਾ ਚਾਹੁੰਦੇ ਹਨ। wants to make you alive. देखिए क्या लिखा है, Let us see what it says. 103 उसका 3। 103 verse 3, ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ हाँ, ਖਿਮਾ ਕਰਦਾ ਹੈ। प्रेज द लॉर्ड। Hallelujah. ਵਿਚਾਰ ਕਰੇਗਾ, Yes, let us ponder upon it. ਉਹ ਤੁਹਾਡੀਆਂ ਬੁਰਾਈਆਂ ਨੂੰ ਮਾਫ ਕਰਨ ਲਈ ਵਿਚਾਰ ਕਰੇਗਾ। Will he think that he should forgive you of all your trespasses? ਉਹ ਸੋਚੇਗਾ ਕਰਾਂ ਕਿ ਨਾ ਕਰਾਂ। Will he think that I should do or not? ਇਹ ਆਇਤ ਸਵਾਲ ਵੀ ਹੈ ਤੇ ਜਵਾਬ ਵੀ ਹੈ This verse is a question and an answer too. ਕਿ ਤੁਸੀਂ ਆਪਣੀਆਂ ਬੁਰਾਈਆਂ ਕਰਕੇ ਪਰਮੇਸ਼ਰ ਤੋਂ ਦੂਰ ਹੋ। Because of your sinful character, you are far from God. ਅਗਰ ਤੁਸੀਂ ਆਪਣੀਆਂ ਬੁਰਾਈਆਂ ਕਰਕੇ ਪਰਮੇਸ਼ਰ ਤੋਂ ਦੂਰ ਹੋ, If you are far from God because of your sin, ਇਸੇ ਲਈ ਤੁਸੀਂ ਪਰਮੇਸ਼ਰ ਦੀਆਂ ਬਰਕਤਾਂ ਤੋਂ ਦੂਰ ਹੋ। that is the reason you are far from the blessings of God. ਪਰਮੇਸ਼ਰ ਦੀਆਂ ਚੰਗਿਆਈਆਂ ਤੋਂ ਦੂਰ ਹੋ, Far from the healings of God. ਉਹਦੀਆਂ ਬਰਕਤਾਂ ਤੇ ਆਸ਼ੀਸ਼ਾਂ ਤੋਂ ਦੂਰ ਹੋ। Far from the blessings and the healings of God. ਇਹਦੇ ਉਲਟ ਜੇ ਅਸੀਂ ਬਾਈਬਲ ਦੇ ਅੰਦਰ If ਵੇਖੀਏ, you see in the opposite say, ਪਰਮੇਸ਼ਰ ਨੇ ਇਨਸਾਨ ਨੂੰ ਬਰਕਤ ਦਿੱਤੀ ਹੈ, God has blessed man. ਪਰ ਅੱਜ ਇਨਸਾਨ ਬਿਨਾਂ ਬਰਕਤ ਤੋਂ ਕਿਉਂ ਹੈ? Why is man without blessing today? ਉਹਦਾ ਕਾਰਨ ਹੈ ਪਰਮੇਸ਼ਰ ਦੇ ਨਾਲ ਉਸਨੇ ਆਪਣਾ ਸੰਬੰਧ ਨਹੀਂ ਬਣਾਇਆ। The reason is he has not built up his relation with God. ਅੱਜ ਵੀ ਬਹੁਤ ਸਾਰੇ ਆ ਇੱਥੇ ਜਿਹੜੇ ਆਪਣਾ ਸੰਬੰਧ ਨਹੀਂ ਬਣਾਉਣਾ ਚਾਹੁੰਦੇ ਪ੍ਰਭੂ ਦੇ ਨਾਲ। There are many over here who do not want to bind a relation with the Lord. ਉਹ ਕਹਿੰਦੇ ਸਾਡੇ ਲਈ ਪ੍ਰੇਅਰ ਕਰੋ, ਅਸੀਂ ਠੀਕ ਹੋ ਜਾਈਏ, They only want that pray for us we be healed. ਅਸੀਂ ਠੀਕ ਹੋ ਕੇ ਫਿਰ ਸੰਸਾਰ ਵਿੱਚ ਜਾਈਏ ਤੇ ਆਪਣੀ ਮਨ ਮਰਜ਼ੀ ਕਰੀਏ। That after getting healed we will go into the world and we do our own will. ਪਰ ਪਰਮੇਸ਼ਰ ਚਾਹੁੰਦੇ ਨੇ ਤੁਹਾਡੇ ਅੰਦਰ ਪ੍ਰਭੂ ਦਾ ਵਚਨ ਆ ਜਾਵੇ। But the God wants that the word of God should come inside of you. ਵਚਨ ਤੁਹਾਡੇ ਅੰਦਰ ਪਰਮੇਸ਼ਵਰ ਦੇ ਫੇਥ ਨੂੰ ਨੇਚਾ ਨੂੰ ਬਣਾਉਂਦਾ ਹੈ। And the word of God inside of you makes faith in you. ਇੱਕੋ ਹੀ ਕੰਮ ਤੁਸੀਂ ਕਰਨਾ ਹੈ, You got to do only one thing. ਸਿਰਫ ਨੇਚਾ। Only faith. ਕੀ ਕਰਨਾ ਬਈ? What? ਨੇਚਾ। ਕੀ ਕਰਨਾ? ਕੀ ਕਰਨਾ? ਕੀ ਕਰਨਾ? ਮੈਂ ਬਾਈਬਲ ਦੇ ਵਿੱਚ ਇੱਕ ਤਸਵੀਰ ਨੂੰ ਦੇਖ ਰਿਹਾ ਸਾਂ। And I was looking into the picture in the Bible. ਉਹ ਮੇਰੀ ਬਹੁਤ ਮਨਪਸੰਦ ਦੀ ਤਸਵੀਰ ਹੈ। And it's my most likeness. ਮੈਂ ਬਹੁਤ ਵਾਰੀ ਬਾਈਬਲ ਖੋਲ ਕੇ ਉਹਦੇ ਵਿੱਚ ਤਸਵੀਰਾਂ ਨੂੰ ਦੇਖਦਾ ਹਾਂ। Many times I open the Bible and look the pictures in the Bible. ਉਹ ਤਸਵੀਰ ਕੀ ਹੈ? What is that picture? ਜਦੋਂ ਪਤਰਸ ਪ੍ਰਾਰਥਨਾ ਲਈ ਜਾ ਰਹੇ ਸਨ, When Peter was going to the temple for prayer, ਇੱਕ ਉਹ ਵਿਅਕਤੀ
ਜਿਹੜਾ ਪੈਰਾਂ ਤੋਂ ਚੱਲ ਨਹੀਂ ਸਕਦਾ ਸੀ a man- ਭੀਖ ਮੰਗ ਰਿਹਾ ਸੀ। A man paralytic was begging over there. ਹੈਲੋ, ਬੋਲ ਵੀ ਸਕਦਾ ਹੈ, And he can ਦੇਖ ਵੀ ਸਕਦਾ ਹੈ, see, with- ਸੁਣ ਵੀ ਸਕਦਾ ਹੈ, he can hear, ਚੱਲ ਨਹੀਂ ਸਕਦਾ। he cannot walk. ਮੇਜ਼ਬਾਨ Oh, master, ਪਲੀਜ਼, please. ਉਹਨੇ ਪਤਰਸ ਨੂੰ ਵੀ ਬੁਲਾਇਆ। He called unto Peter. ਪਤਰਸ ਜਾਂਦੇ ਨੇ ਕੀ ਕਿਹਾ? Oh, what did Peter say as he went? ਕਹਿੰਦਾ ਸੋਨਾ ਚਾਂਦੀ ਮੇਰੇ ਕੋਲ ਹੈ ਨਹੀਂ। We do not have gold or silver. ਤੇ ਉਹਨੇ ਮਨ ਚ ਸੋਚਿਆ ਹੋਣਾ ਵੀ ਜੇ ਤੇਰੇ ਕੋਲ ਕੁਛ ਹੈ ਨਹੀਂ ਫੇਰ ਤੇ ਤੂੰ ਮੇਰੇ ਵਰਗਾ ਹੀ ਆ। And then he might have thought in his mind, if it doesn't belong to you, what? ਅਗਰ ਤੁਹਾਨੂੰ ਭਿਖਾਰੀ ਬਾਜ ਮਾਰੇ ਵੀ ਮੇਜ਼ਬਾਨ ਸਰਦਾਰ ਜੀ, ਬਾਬੂ ਜੀ, ਮੈਡਮ ਜੀ, ਬੀਬੀ ਜੀ, ਦਿਓ ਕੁਛ ਮੈਨੂੰ, If a beggar asks you, sir, ma'am, sir, give me something, ਤੇ ਤੁਸੀਂ ਉਹਨੂੰ ਕਹੋ ਵੀ ਮੇਰੇ ਕੋਲ ਤਾਂ ਕੁਛ ਹੈ ਹੀ ਨਹੀਂ, and if you say, I do not have anything, ਉਹਨੇ ਕੀ ਸੋਚਣਾ ਫਿਰ? what will be his thought be? ਵੀ ਮੇਰੇ ਵਰਗਾ ਹੀ ਆ। Oh, you are like me. ਜਦੋਂ ਪਤਰਸ ਨੇ ਗੱਲ ਕਹੀ, But when Peter spoke, ਬਾਈਬਲ ਦੱਸਦੇ ਉਹ ਕੁਛ ਲੱਭ ਰਿਹਾ ਸੀ ਪਤਰਸ ਦੇ ਕੋਲ, and Bible says he was trying to find something from Peter. ਲੱਭ ਰਿਹਾ ਸੀ ਪਤਰਸ ਦੇ ਕੋਲ। Trying to find. ਜਦੋਂ ਤੁਸੀਂ ਇੱਥੇ ਪ੍ਰਭੂ ਦੀ ਹਜ਼ੂਰੀ ਵਿੱਚ ਬਹਿੰਦੇ ਆ, When you sit in the presence of the Lord, ਅੱਖਾਂ ਨਾਲ, ਕੰਨਾਂ ਨਾਲ, ਦਿਲ ਨਾਲ, ਹੱਥਾਂ ਨਾਲ ਕੁਛ ਲੱਭਿਆ ਕਰੋ ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਵਿੱਚੋਂ। try to find the presence of God with your eyes, ears, and with your mouth, with your hands. ਕੁਛ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰੋ ਹਰ ਵਕਤ ਜਦੋਂ ਤੁਸੀਂ ਇੱਥੇ ਬਹਿੰਦੇ ਆ। Have an urge to receive something when you sit over here. ਪਰ ਕਹਿੰਦਾ ਜੋ ਮੇਰੇ ਕੋਲ ਆ ਉਹ ਮੈਂ ਤੈਨੂੰ ਦਿੰਨਾ। But he says, whatsoever I have, I give unto you. ਕਹਿੰਦਾ ਜੋ ਤੇਰੇ ਕੋਲ ਹੈ। Oh, what you have? ਉਹਨੂੰ ਪਤਾ ਹੀ ਨਹੀਂ ਸੀ ਵੀ ਸੋਨਾ, ਚਾਂਦੀ, ਪੈਸਾ, ਕੱਪੜਾ, ਲੀੜੇ ਤੋਂ ਬਿਨਾ ਵੀ ਕੁਝ ਹੁੰਦਾ ਆ। He didn't knew there is something apart from the gold, the silver, the clothes and coins. ਉਹਨੇ ਪਤਰਸ ਨੂੰ ਇਸ ਕਰਕੇ ਆਵਾਜ਼ ਨਹੀਂ ਸੀ ਮਾਰੀ ਵੀ ਮੇਰੇ ਲਈ ਪ੍ਰਾਰਥਨਾ ਕਰ ਦਿਓ। He did not call Peter that Peter should pray for him. ਉਹਨੇ ਕਿਹਾ ਵੀ ਵਾਵਾ ਵਧੀਆ ਬੰਦਾ ਹੈ, ਲੰਮਾ ਚੌੜਾ ਪਾਇਆ, ਮੇਜ਼ਬਾਨ ਹੈਗਾ, ਮੰਗ ਲੈਨੇ ਆ ਤੋਂ ਕੁਝ। And he saw a nice man, nice built and good clothes. I should ask him. ਬਹੁਤੇ ਵਿਸ਼ਵਾਸੀਆਂ ਨੂੰ ਪਤਾ ਨਹੀਂ ਪਰਮੇਸ਼ਵਰ ਦੇ ਕੋਲ ਕਿਹੜੇ ਕਿਹੜੇ ਭੰਡਾਰ ਆ। And many believers do not know what kind of riches God has. ਕਈ ਵਾਰੀ ਬਹੁਤ ਛੋਟੀਆਂ ਚੀਜ਼ਾਂ ਅਸੀਂ ਮੰਗਦੇ ਰਹਿੰਦੇ ਪ੍ਰਭੂ ਦੇ ਕੋਲ। Oh, we sometimes ask very minute sort of things from God. ਇੱਕ ਵਿਅਕਤੀ ਮੈਨੂੰ ਮਿਲਿਆ, A man met me. ਕਹਿੰਦਾ ਪਾਸਟਰ ਜੀ ਬੜੇ ਹਫ਼ਤੇ ਹੋ ਗਏ ਮਿਲ ਨਹੀਂ ਹੋਇਆ ਸੀ। Oh, pastor, many weeks passed by, I could not meet you. ਮੈਂ ਕਿਹਾ ਦੱਸੋ ਕਹਿਣਾ ਕੀ ਹੈ? Come on, tell me what you want to ਕਹਿੰਦਾ ਇੱਕ say. ਪ੍ਰਾਰਥਨਾ ਕਰ ਦਿਓ। Pray. ਮੈਂ ਕਿਹਾ ਕੀ? What? ਕਹਿੰਦਾ ਇੱਕ 5 ਮਰਲੇ ਦਾ ਪਲਾਟ ਲੈਣਾ। A plot of 5 marlas. ਉਹ ਮੈਂ ਕਿਹਾ ਏਡੇ ਵੱਡੇ ਰੱਬ ਤੋਂ 5 ਹੀ ਮਰਲੇ ਮੰਗਣੇ ਦਾ? From such a God, you got to ask only 5 ਜੇ marlas. ਮੰਗਣੇ ਆ ਤਾਂ ਫਿਰ ਜ਼ਿਆਦਾ ਮੰਗ ਲੈ। If you want to ask more. ਕਈ ਵਾਰੀ ਸਾਨੂੰ ਅਸੀਂ ਆਪਣੇ ਹਿਸਾਬ ਨਾਲ ਪਰਮੇਸ਼ਵਰ ਨੂੰ ਵੱਡਾ ਛੋਟਾ ਦੇਖਦੇ ਹਾਂ। Or sometimes as per we think, we see the Lord as per ਅਸੀਂ that. ਆਪਣੇ ਹਿਸਾਬ ਨਾਲ ਹੱਦ ਰੱਖ ਲੈਨੇ ਆ। We keep the hand as we think so. ਉਹ ਭਲਿਓ ਜੇ ਮੰਗਣਾ ਹੀ ਆ ਤੇ ਮੰਗਣਾ ਵੀ ਪਰਮੇਸ਼ਵਰ ਦੇ ਕੋਲੋਂ ਆ, ਫਿਰ ਇੱਕ ਵਾਰੀ ਮੰਗ ਲਓ ਜਿਹੜੀ ਚੀਜ਼ ਮੰਗਣੀ ਹੈ। Good people, if you want to ask, you are asking God. ਪਰ ਇਹਦੇ ਲਈ ਵੀ ਤੁਹਾਡੇ ਅੰਦਰ ਵਿਸ਼ਵਾਸ ਚਾਹੀਦਾ ਹੈ। ਹਾਲੇਲੂਇਆ। For asking this, you got to have faith in you. ਕਿਉਂਕਿ ਉਹ ਆਤਮਿਕ ਤਰੀਕੇ ਨਾਲ ਨਹੀਂ ਮੰਗ ਰਿਹਾ ਹੈ, He's not asking it in a spiritual way. ਸੰਸਾਰਿਕ ਤਰੀਕੇ ਨਾਲ ਮੰਗ ਰਿਹਾ। He is asking in a natural way. ਸੰਸਾਰਿਕ ਤਰੀਕੇ ਨਾਲ ਠੀਕ ਹੈ, Worldly way, okay. ਬਹੁਤ ਵਧੀਆ ਉਹਦੀ ਸਮਝ ਦੇ ਹਿਸਾਬ ਨਾਲ। As per his thoughts, it's good. ਬਈ ਹੁਣ 3 ਤਾਂ ਜਾਣੇ ਆ, 5 ਮਰਲੇ ਬਹੁਤ ਆ। 3 people and 5 marlas, it's fine. ਜੇ ਮਰਲੇ ਵਿੱਚ ਵੀ ਲੇਟੇ ਮਾਰਨ 2 ਫੇ ਬਚ ਜਾਣੇ ਆ। And then 2 are left if they just lie down and 3 1. ਉਹ ਆਪਣੇ ਹਿਸਾਬ ਨਾਲ ਬਹੁਤ ਸਹੀ ਆ। He's right as per his thoughts. ਏਦਾਂ ਹੀ ਜਿਹੜਾ ਮੰਗਣ ਵਾਲਾ ਸੀ ਉਹ ਪਤਰਸ ਦੇ ਕੋਲੋਂ ਮੰਗ ਕੀ